ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੱਕ ਦੀ ਜੋ ਅਰਦਾਸ ਹੈ ਉਹ ਸ਼ੁਰੂ ਹੁੰਦੀ ਹੈ ਕਿ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਏ, ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਫਿਰ ਇਹ ਪੌੜੀ ਸ਼ੁਰੂ ਹੁੰਦੀ ਹੈ ਜਿਸ ਦੀ ਪਹਿਲੀ ਲਾਈਨ ਹੈ ਕਿ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਲੇਕਿਨ ਕਾਫੀ ਲੋਕ ਜੋ ਹਨ ਪੰਥ ਵਿਰੋਧੀ, ਉਹ ਇਸ ਲਫ਼ਜ਼ 'ਤੇ ਇਤਰਾਜ਼ ਕਰਦੇ ਹਨ ਕਿ ਸਾਨੂੰ ਇਹ ਨਹੀਂ ਪੜ੍ਹਨਾ ਚਾਹੀਦਾ ਕਿ ਭਗਉਤੀ ਜੋ ਲਫ਼ਜ਼ ਹੈ ਉਸਦੇ ਅਰਥ ਨੇ ਦੇਵੀ, ਔਰ ਇਹ ਜੋ ਪੌੜੀ ਹੈ ਇਹ ਦਸ਼ਮੇਸ਼ ਪਿਤਾ ਦੀ ਨਹੀਂ ਲਿਖੀ ਹੋਈ, ਇਹ ਕਿਸੇ ਹਿੰਦੂ ਕਵੀ ਦੀ ਲਿਖੀ ਹੋਈ ਹੈ। ਇਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੇ ਨੇ। ਲੇਕਿਨ ਇਹ ਦੁਬਿਧਾ ਜਿਹੜੀ ਆ ਪਹਿਲਾਂ ਨਹੀਂ ਸੀ ਪੰਥ ਵਿੱਚ, ਇਹ ਸਿਰਫ ਅੰਗਰੇਜ਼ਾਂ ਦੇ ਸਮੇਂ ਬਾਬੂ ਤੇਜਾ ਸਿੰਘ ਜੀ ਪਸੌੜ ਵਾਲੇ ਉਹਨਾਂ ਦੇ ਥਰੂ ਹੋਈ ਆ। ਉਹਨਾਂ ਦਾ ਇੱਕ ਸਭਾ ਸੀ, ਪੰਚ ਖਾਲਸਾ ਦੀਵਾਨ ਬਣਾਇਆ ਹੋਇਆ, ਔਰ ਉਹਨਾਂ ਨੂੰ ਅੰਗਰੇਜ਼ਾਂ ਦੀ ਬੜੀ ਸ਼ਹਿ ਸੀ। ਉਹਨਾਂ ਨੇ ਕਾਫੀ ਇਤਰਾਜ਼ ਜਿਹੜੇ ਸੀ ਉਹ ਗੁਰੂ ਗ੍ਰੰਥ ਸਾਹਿਬ 'ਤੇ, ਭਗਤ ਬਾਣੀ 'ਤੇ, ਭਾਈ ਗੁਰਦਾਸ ਜੀ ਦੀਆਂ ਵਾਰਾਂ 'ਤੇ ਔਰ ਦਸਮ ਗ੍ਰੰਥ 'ਤੇ ਕੀਤੇ। ਔਰ ਉਹ ਸਾਰੇ ਇਤਰਾਜ਼ਾਂ ਨੂੰ ਉਸੇ ਤਰ੍ਹਾਂ ਹੀ ਸਮੇਂ ਸਿਰ ਪੰਥ ਵਿਰੋਧੀ ਜੋ ਤਾਕਤਾਂ ਨੇ ਉਹ ਉਠਾਲਦੀਆਂ ਰਹਿੰਦੀਆਂ ਨੇ। ਉਹ ਸਾਡੇ ਹੀ ਬਕਾਊ ਵਿਦਵਾਨ ਬਕਾਊ ਕਲਮਾਂ ਖਰੀਦ ਕੇ ਉਹਨਾਂ ਦੇ ਰਾਹੀਂ ਪੰਥ ਵਿੱਚ ਜਿਹੜੀ ਉਹ ਦੁਬਿਧਾ ਖੜੀ ਕਰਨ ਦਾ ਯਤਨ ਕਰਦੇ ਰਹਿੰਦੇ ਨੇ। ਪਰ ਇਹ ਭਗਉਤੀ ਲਫ਼ਜ਼ ਜੋ ਹੈ ਇਸ ਦੇ ਅਸਲੀ ਮਤਲਬ ਜੋ ਹੈ ਉਹ ਬਿਲਕੁਲ ਬੜਾ ਸਪਸ਼ਟ ਹੈ। ਇਹ ਅਕਾਲ ਬੋਧਕ ਹੈ। ਇਸ ਦੇ ਅਰਥ ਹਨ ਅਕਾਲ ਪੁਰਖ, ਵਾਹਿਗੁਰੂ, ਪਰਮਾਤਮਾ। ਔਰ ਇਸ ਦੀ ਜੋ ਸਪਸ਼ਟਤਾ ਹੈ ਸਾਡੇ ਪੁਰਾਣੇ ਵਿਦਵਾਨ ਹਮੇਸ਼ਾ ਹੀ ਦਿੰਦੇ ਰਹੇ ਆ, ਉਸ ਸਮੇਂ ਤੋਂ ਹੀ। ਪ੍ਰਿੰਸੀਪਲ ਸਾਹਿਬ ਸਿੰਘ ਜੀ, ਸੰਤ ਤੇਜਾ ਸਿੰਘ ਜੀ, ਭਾਈ ਕਾਹਨ ਸਿੰਘ ਜੀ ਨਾਭਾ, ਪ੍ਰਿੰਸੀਪਲ ਗੰਗਾ ਸਿੰਘ ਜੀ, ਗਿਆਨੀ ਮਾਨ ਸਿੰਘ ਜੀ ਝੌਰ, ਗਿਆਨੀ ਸੰਤ ਸਿੰਘ ਜੀ ਮਸਕੀਨ, ਭਾਈ ਵੀਰ ਸਿੰਘ ਜੀ, ਔਰ ਉਸ ਸਮੇਂ ਦੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਜੀ, ਇਹਨਾਂ ਨੇ ਐਨ ਚੰਗੀ ਤਰ੍ਹਾਂ ਉਹਨਾਂ ਦਾ ਜਿਹੜਾ ਇਹ ਇਤਰਾਜ਼ ਸੀ ਉਹਨੂੰ ਖਤਮ ਕੀਤਾ ਦਲੀਲਾਂ ਦੇ ਕੇ ਕਿ ਜੋ ਭਗਉਤੀ ਲਫ਼ਜ਼ ਹੈ ਇਹ ਦੇਵੀ ਸੂਚਕ ਨਹੀਂ, ਇਹ ਅਕਾਲ ਪੁਰਖ ਪ੍ਰਤੀ ਵਰਤਿਆ ਗਿਆ ਦਸ਼ਮੇਸ਼ ਪਿਤਾ ਜੀ ਵੱਲੋਂ। ਔਰ ਫਿਰ ਐਗਜ਼ਾਮਪਲਾਂ ਸਾਡੇ ਸਾਹਮਣੇ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਜਦੋਂ ਪੜ੍ਹਦੇ ਹਾਂ ਕਿ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਨ, ਭਗਤ ਭਗਉਤ ਲਿਖੀਏ ਤਹਿ ਉੱਪਰ ਪੂਜੀਏ ਕਰ ਨਮਸਕਾਰਨ। ਕਹਿੰਦੇ ਤਾੜੀ ਦਾ ਦਰਖਤ ਬੜਾ ਅਪਵਿੱਤਰ ਮੰਨਿਆ ਜਾਂਦਾ, ਲੇਕਿਨ ਸਭ ਤੋਂ ਪਹਿਲਾਂ ਜੋ ਕਾਗਜ਼ ਹੈ ਉਸ ਤੋਂ ਹੀ ਬਣਿਆ। ਔਰ ਫਿਰ ਜਿਤਨੇ ਧਾਰਮਿਕ ਗ੍ਰੰਥ ਸਨ ਉਸੇ ਕਾਗਜ਼ 'ਤੇ ਲਿਖੇ ਜਾਣ ਲੱਗੇ ਅਤੇ ਉਸ ਨੂੰ ਲੋਕੀ ਨਮਸਕਾਰਾਂ ਕਰਨ ਲੱਗ ਪਏ। ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਉਹ ਕਾਗਜ਼ ਨੂੰ ਜੋ ਅਪਵਿੱਤਰ ਦਰਖਤ ਤੋਂ ਬਣਿਆ ਸੀ ਉਸ ਨੂੰ ਨਮਸਕਾਰਾਂ ਕਿਉਂ ਹੋਣ ਲੱਗ ਪਈਆਂ ਕਿ ਉਸ ਦੇ ਉੱਤੇ ਪਰਮਾਤਮਾ ਦਾ, ਅਕਾਲ ਪੁਰਖ ਦਾ ਜਸ ਲਿਖਿਆ ਗਿਆ। ਭਗਤ ਭਗਉਤ ਲਿਖੀਏ ਤਹਿ ਉੱਪਰ ਪੂਜੀਏ ਕਰ ਨਮਸਕਾਰ। ਸੋ ਇਹ ਭਗਉਤ ਜੋ ਲਫ਼ਜ਼ ਇੱਥੇ ਆਇਆ ਹੈ ਇਹ ਅਕਾਲ ਬੋਧਕ ਹੈ। ਸੋ ਭਗਉਤੀ ਇਸ ਤੋਂ ਹੀ ਬਣਿਆ ਹੈ। ਦੇਖੋ ਗੁਰਬਾਣੀ ਦੀ ਜਿਹੜੀ ਬੋਲੀ ਸ਼ੈਲੀ ਨੂੰ ਸਮਝਦੇ ਨੇ ਉਹਨਾਂ ਲਈ ਤਾਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਬਹੁਤ ਲਫ਼ਜ਼ ਐਸੇ ਨੇ ਜਿਨ੍ਹਾਂ ਦਾ ਲਿਖਣ ਢੰਗ ਜਿਹੜਾ ਹੈ ਉਹ ਵੱਖਰਾ ਹੁੰਦੇ ਹੋਏ ਵੀ ਉਹਨਾਂ ਦੇ ਮਤਲਬ ਜਿਹੜੇ ਆ ਅਰਥ ਆ ਉਹ ਸੇਮ ਹੀ ਰਹਿੰਦੇ ਆ, ਉਹੀ ਰਹਿੰਦੇ ਨੇ, ਕੋਈ ਬਦਲਾਅ ਨਹੀਂ ਆਉਂਦਾ। ਅਸੀਂ ਪੜ੍ਹਦੇ ਹਾਂ ਕਿ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਇੱਥੇ ਸ੍ਰਿਸ਼ਟ ਦੇ ਅਰਥ ਨੇ ਸ੍ਰਿਸ਼ਟੀ, ਇਹ ਦੁਨੀਆ। ਫਿਰ ਅਸੀਂ ਇਹ ਵੀ ਪੜ੍ਹਦੇ ਹਾਂ ਵੀ ਜਾ ਕਰਤਾ ਸਿਰ ਠੀਕ ਹੋ ਸਾਜੇ। ਇੱਥੇ ਸ੍ਰਿਸ਼ਟ ਦੇ ਥਾਂ ਆ ਗਿਆ ਲਫ਼ਜ਼ ਸਿਰ ਠੀਕ, ਲੇਕਿਨ ਭਾਵ ਉਹੀ ਰਿਹਾ। ਫਿਰ ਅਸੀਂ ਪੜ੍ਹਦੇ ਹਾਂ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਧਰਤ ਅਸੀਂ ਸਮਝਦੇ ਧਰਤੀ, ਲੇਕਿਨ ਇੱਥੇ ਧਰਤ ਲਿਖਿਆ, ਲੇਕਿਨ ਧਰਤੀ ਵੀ ਲਿਖਿਆ ਕਿ ਇਸ ਧਰਤੀ ਮੇ ਤੇਰੀ ਸਿਕਦਾਰੀ, ਲੇਕਿਨ ਧਰਤ ਤੋਂ ਧਰਤੀ ਹੋ ਗਿਆ, ਅਰਥ ਨਹੀਂ ਬਦਲੇ ਉਸ ਨਾਲ ਵੀ। ਫਿਰ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਹਰ ਸਿਮਰ ਸਿਮਰ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਇੱਥੇ ਲਫ਼ਜ਼ ਧਰਨਾ ਆ ਗਿਆ, ਇਹਦਾ ਅਰਥ ਵੀ ਧਰਤੀ ਆ। ਲੇਕਿਨ ਫਿਰ ਸਿਰਫ ਇਤਨੇ ਨਾਲ ਵੀ ਸਾਰ ਲਿਆ ਗੁਰੂ ਸਾਹਿਬ ਨੇ, ਲਿਖ ਲਿਆ ਕਿ ਜੈ ਪ੍ਰਸਾਦ ਧਰ ਉੱਪਰ ਸੁਖ ਵਸੇ, ਸੁਤ ਪ੍ਰਾਤ ਮੀਤ ਬਨਤਾ ਸੰਗ ਹਸੇ। ਇਸੇ ਸਿਰਫ ਲਫ਼ਜ਼ ਧਰ ਹੀ ਆ। ਹੁਣ ਧਰ, ਧਰਨਾ, ਧਰਤੀ, ਧਰਤ, ਇਹ ਵੱਖਰੇ ਰੂਪ ਨੇ ਲਫ਼ਜ਼ਾਂ ਦੇ, ਲੇਕਿਨ ਇਹਨਾਂ ਸਾਰਿਆਂ ਦਾ ਮਤਲਬ ਇੱਕ ਹੀ ਹੈ। ਇਸੇ ਤਰ੍ਹਾਂ ਹੀ ਕਈ ਲਫ਼ਜ਼ ਐਸੇ ਵੀ ਆਏ ਨੇ ਕਿ ਜਿਹੜੇ ਬਹੁ ਅਰਥੀ ਨੇ, ਇੱਕ ਤੋਂ ਜ਼ਿਆਦਾ ਅਰਥ ਉਹਨਾਂ ਦੇ ਨਿਕਲਦੇ ਨੇ, ਲੇਕਿਨ ਪ੍ਰਕਰਨ ਦੇ ਹਿਸਾਬ ਨਾਲ ਫਿਰ ਉਹ ਅਰਥ ਦੇਖਣਾ ਪੈਂਦਾ ਵੀ ਇੱਥੇ ਇਸ ਦਾ ਕੀ ਮਤਲਬ ਹੈ। ਜਿਵੇਂ ਲਫ਼ਜ਼ ਪਾਕ ਹੈ, ਅਸੀਂ ਪੜ੍ਹਦੇ ਹਾਂ ਕਿ ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ।
ਇੱਥੇ ਹੈ ਪਾਕ ਦਾ ਮਤਲਬ ਰਸੋਈ। ਫਿਰ ਅਸੀਂ ਇਹ ਵੀ ਪੜ੍ਹਦੇ ਹਾਂ ਵੀ ਨਾਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ। ਇੱਥੇ ਪਾਕ ਦੇ ਅਰਥ ਨੇ ਪਵਿੱਤਰ। ਸੋ ਪਾਕ ਰਸੋਈ ਤੇ ਪਾਕ ਦੇ ਦੂਜੇ ਅਰਥ ਪਵਿੱਤਰ ਬਣ ਗਏ। ਅਸੀਂ ਦੀਨ ਪੜ੍ਹਦੇ ਹਾਂ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਇੱਥੇ ਦੀਨ ਦਾ ਮਤਲਬ ਹੈ ਮਜ਼ਲੂਮ, ਨਿਤਾਣਾ, ਨਿਮਾਣਾ। ਲੇਕਿਨ ਅਸੀਂ ਇਹ ਵੀ ਪੜ੍ਹਦੇ ਹਾਂ ਵੀ ਰੇ ਦੀਵਾਨੇ ਦੀਨ ਵਿਸਾਰਿਓ ਰੇ। ਇੱਥੇ ਦੀਨ ਦਾ ਮਤਲਬ ਹੈ ਧਰਮ, ਮਜ਼ਹਬ। ਇੱਦਾਂ ਹੀ ਲਫ਼ਜ਼ ਕਰਮ ਹੈ। ਅਸੀਂ ਕਹਿੰਦੇ ਕਰਮ ਖੰਡ ਕੀ ਬਾਣੀ ਜੋਰ, ਜਾਂ ਜਿਨ ਕੋ ਨਦਰ ਕਰਮ ਤਿੰਨ ਕਾਰ। ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼। ਲੇਕਿਨ ਜਦੋਂ ਅਸੀਂ ਇਹ ਪੜ੍ਹਦੇ ਵੀ ਕਰਮੀ ਕਰਮੀ ਹੋਏ ਵਿਚਾਰ, ਜਾਂ ਅਸੀਂ ਇਹ ਕਹਿੰਦੇ ਵੀ ਕਰਮ ਧਰਮ ਪਾਖੰਡ ਜੋ ਦੀਸੇ, ਤੇ ਇੱਥੇ ਕਰਮ ਦੇ ਅਰਥ ਨੇ ਕਰਮ, ਸਾਡੇ ਕੰਮ ਕਾਜ ਕਿਰਤ ਜੋ ਅਸੀਂ ਕਰਦੇ ਹਾਂ। ਸੋ ਪੰਜ ਲਫ਼ਜ਼ ਹੈ। ਅਸੀਂ ਪੜ੍ਹਦੇ ਹਾਂ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜ ਪਾਵੇਂ ਦਰਗਹਿ ਮਾਨ। ਇੱਥੇ ਪੰਜ ਦਾ ਅਰਥ ਹੈ ਮੁਖੀ, ਭਗਤ, ਜੋ ਆਤਮਿਕ ਅਵਸਥਾ ਵਿੱਚ ਪਰਮਾਤਮਾ ਨਾਲ ਇੱਕਮਿਕ ਹੋ ਚੁੱਕੇ ਨੇ। ਇਸੇ ਪੰਜ ਲਫ਼ਜ਼ ਨੂੰ ਅਸੀਂ ਜਦੋਂ ਇਹ ਕਹਿੰਦੇ ਹਾਂ, ਉਹਦਾ ਅਰਥ ਬਦਲ ਜਾਂਦਾ। ਉੱਥੇ ਅਸੀਂ ਪੜ੍ਹਦੇ ਹਾਂ ਭਈ ਪੰਜ ਤਤ ਕਰ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਏ। ਹੁਣ ਇੱਥੇ ਲਫ਼ਜ਼ ਉਹ ਪੰਜ ਹੀ ਆ, ਲੇਕਿਨ ਇਹਦੇ ਅਰਥ ਬਣ ਗਏ ਪੰਜ, ਗਿਣਤੀ ਦੇ ਪੰਜ, 5। ਜੇ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਗਿਆਨ ਤੇ ਅਸੀਂ ਅਰਥਾਂ ਦੇ ਅਨਰਥ ਕਰ ਦਿਆਂਗੇ। ਜੇ ਦੀਨ ਦੇ ਅਰਥ ਅਸੀਂ ਦੋਹੀਂ ਥਾਈਂ ਦੀਨ ਕਰਾਂਗੇ, ਫਿਰ ਇੱਕ ਤਾਂ ਅਰਥ ਸਹੀ ਹੋਣਗੇ, ਦੂਜੇ ਗਲਤ ਹੋ ਜਾਣਗੇ। ਕਰਮ ਦੇ ਇੱਕ ਥਾਂ ਇੱਕੋ ਹੀ ਅਰਥ ਲਵਾਂਗੇ ਹਰ ਥਾਂ, ਤੇ ਇੱਕ ਥਾਂ ਠੀਕ ਹੋਣਗੇ, ਦੂਜੇ ਥਾਂ ਅਸੀਂ ਗਲਤ ਹੋ ਜਾਵਾਂਗੇ। ਇਸੇ ਤਰ੍ਹਾਂ ਹੀ ਪਾਕ ਹੈ, ਪੰਚ ਹੈ। ਸੋ ਕਈ ਲਫ਼ਜ਼ ਇਸ ਤਰ੍ਹਾਂ ਵੀ ਆਉਂਦੇ ਨੇ ਕਿ ਮੁਕਤਾ ਵੀ ਹੁੰਦਾ ਅੱਖਰ ਉਹਨਾਂ ਦਾ ਅਖੀਰਲਾ, ਕੰਨਾ ਲੱਗ ਵੀ ਜਾਂਦਾ, ਲੱਗ ਕੇ ਵੀ ਆਉਂਦਾ ਉਹਨਾਂ ਦੇ ਨਾਲ, ਤੇ ਬਿਹਾਰੀ ਜਾਂ ਸਿਹਾਰੀ ਨਾਲ ਵੀ ਲਿਖਿਆ ਜਾਂਦਾ। ਲਫ਼ਜ਼ ਹੈ ਕਿ ਭਗਤਾਂ ਕੀ ਚਾਲ ਨਿਰਾਲੀ, ਫਿਰ ਹੈ ਚਾਲਾ ਨਿਰਾਲੀ ਭਗਤਾਂ ਕੇਰੀ। ਇੱਥੇ ਲਫ਼ਜ਼ ਚਾਲ ਆਇਆ, ਇੱਕੋ ਹੀ ਪੰਕਤੀ ਹੈ, ਇੱਕੋ ਹੀ ਪੌੜੀ ਹੈ ਆਨੰਦ ਸਾਹਿਬ ਦੀ, ਕਿ ਭਗਤਾਂ ਕੀ ਚਾਲ ਨਿਰਾਲੀ, ਫਿਰ ਚਾਲਾ ਨਿਰਾਲੀ ਭਗਤਾਂ ਕੇਰੀ। ਇੱਕ ਥਾਂ ਚਾਲ, ਦੂਜੇ ਥਾਂ ਦੂਸਰੀ ਜਗ੍ਹਾ ਤੇ ਚਾਲਾ। ਸੋ ਅਰਥ ਨਹੀਂ ਬਦਲੇ, ਲੇਕਿਨ ਚਾਲ ਤੋਂ ਚਾਲਾ ਬਣ ਗਿਆ। ਲੇਕਿਨ ਇੱਕ ਥਾਂ ਅਸੀਂ ਵੀ ਪੜ੍ਹਦੇ ਹਾਂ, ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ। ਇੱਥੇ ਬਿਹਾਰੀ ਲਾ ਕੇ ਚਾਲੀ ਬਣ ਗਿਆ। ਹੁਣ ਤਿੰਨ ਲਫ਼ਜ਼ਾਂ ਦੇ ਰੂਪ ਹੋ ਗਏ, ਚਾਲ, ਚਾਲਾ, ਚਾਲੀ, ਲੇਕਿਨ ਅਰਥ ਜਿਹੜੇ ਆ ਉਹੀ ਰਹਿ ਗਏ ਨੇ, ਅਰਥਾਂ 'ਚ ਕੋਈ ਫਰਕ ਨਹੀਂ ਪਿਆ। ਫਿਰ ਅਸੀਂ ਬਹੁਤ ਵਾਰੀ ਪੜ੍ਹਦੇ ਹਾਂ ਹਰ ਲਫ਼ਜ਼, ਤੇ ਅਸੀਂ ਹਰੀ ਵੀ ਕਹਿੰਦੇ ਹਾਂ। ਹਰ ਤੇ ਹਰੀ ਅਰਥ ਜਿਹੜੇ ਉਹ ਬਦਲਦੇ ਨਹੀਂ, ਲੇਕਿਨ ਲਿਖਣ ਢੰਗ ਵਿੱਚ ਬਿਹਾਰੀ ਲੱਗ ਜਾਂਦੀ ਨਾਲ, ਜਿਵੇਂ ਚਾਲ ਤੇ ਚਾਲਾ ਤੇ ਚਾਲੀ ਨੂੰ ਬਿਹਾਰੀ ਲੱਗ ਗਈ। ਸੋ ਕਈ ਵਾਰੀ ਅਸੀਂ ਜਦੋਂ ਇਹ ਪੜ੍ਹਦੇ ਹਾਂ ਭਈ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕੱਲ੍ਹ ਹੀ। ਹੁਣ ਕੱਲ੍ਹ ਹੀ ਜਿਹੜਾ ਲਫ਼ਜ਼ ਆ, ਕੱਕੇ ਨੂੰ ਕੰਨਾ, ਲੱਲੇ ਨੂੰ ਬਿਹਾਰੀ, ਕੱਲ੍ਹ ਹੀ, ਤੇ ਅਸੀਂ ਇਹਦੇ ਅਰਥ ਲੈਂਦੇ ਹਾਂ ਕੱਲ੍ਹ, ਨੈਕਸਟ ਡੇ, ਜਿਹੜਾ ਭਲਕੇ ਜਿਹਨੂੰ ਕਹਿ ਦਿੰਦੇ ਆਪਾਂ ਠੇਠ ਪੰਜਾਬੀ ਵਿੱਚ। ਲੇਕਿਨ ਅਸੀਂ ਇਸ ਨੂੰ ਕੱਲ੍ਹ ਹੀ ਦੇ ਥਾਂ ਕੱਲ੍ਹ ਵੀ ਪੜ੍ਹਦੇ ਹਾਂ, ਜਿਹਦਾ ਮਤਲਬ ਉਹੀ ਹੁੰਦਾ ਨੈਕਸਟ ਡੇ। ਅਸੀਂ ਕਹਿੰਦੇ ਨਾ ਭਈ ਆਜ ਕੱਲ੍ਹ ਫੁਨ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ। ਇੱਥੇ ਕੱਲ੍ਹ ਜਿਹੜਾ ਲਫ਼ਜ਼ ਅਸੀਂ ਪ੍ਰੋਨਾਊਂਸ ਕਰਦੇ ਹਾਂ, ਉਹਦੇ ਸਪੈਲਿੰਗ ਹੈ ਕੱਕੇ ਨੂੰ ਕੰਨਾ ਤੇ ਲੱਲੇ ਨੂੰ ਸਿਹਾਰੀ। ਉੱਥੇ ਹੈ ਕੱਕੇ ਨੂੰ ਕੰਨਾ ਤੇ ਲੱਲੇ ਨੂੰ ਬਿਹਾਰੀ, ਕਾਲੀ। ਉਹਦਾ ਪ੍ਰੋਨਾਂਸੀਏਸ਼ਨ ਬਣ ਜਾਂਦਾ ਕਾਲੀ, ਇੱਥੇ ਪ੍ਰੋਨਾਂਸੀਏਸ਼ਨ ਬਣ ਜਾਂਦਾ ਕੱਲ੍ਹ। ਆਜ ਕੱਲ੍ਹ ਫੁਨ ਤੋਹੇ ਗ੍ਰਸ ਹੈ, ਲੇਕਿਨ ਸ਼ਬਦਾਂ ਦੀ ਬਣਤਰ ਵੀ ਬਦਲ ਗਈ, ਪ੍ਰੋਨਾਂਸੀਏਸ਼ਨ ਵੀ ਬਦਲ ਗਿਆ, ਲੇਕਿਨ ਅਰਥ ਰਹੇ ਸੇਮ, ਕੋਈ ਅਰਥਾਂ ਵਿੱਚ ਫਰਕ ਨਹੀਂ ਪਿਆ। ਅਸੀਂ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦਾ ਅਸੀਂ ਸੰਤ, ਸਾਧੂ, ਭਗਤ ਬੜਾ ਕੁਝ ਕਹਿੰਦੇ ਹਾਂ, ਲੇਕਿਨ ਭਗਤ ਜਿੱਥੇ ਕਹਿੰਦੇ ਆ ਉੱਥੇ ਗੁਰੂ ਸਾਹਿਬ ਇੱਕ ਥਾਂ ਭਗਤ ਨੂੰ ਤੱਤੇ ਨੂੰ ਬਿਹਾਰੀ ਲਾ ਕੇ ਭਗਾਤੀ ਕਹਿੰਦੇ ਆ। ਉਹ ਕਹਿੰਦੇ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਭਗਾਤੀ। ਭਗਤ ਇੱਥੇ ਲਫ਼ਜ਼ ਦਾ ਅਰਥ ਭਗਤ ਹੀ ਹੈ, ਲੇਕਿਨ ਭਗਤ ਨੂੰ ਤੱਤੇ ਨੂੰ ਬਿਹਾਰੀ ਲਾ ਕੇ ਬਣਾ ਦਿੱਤਾ ਗਿਆ ਭਗਾਤੀ। ਲਫ਼ਜ਼ ਅੰਨਦਾਤਾ ਹੈ। ਅਸੀਂ ਪੜ੍ਹਦੇ ਹਾਂ ਖੇਲ ਖਿਲਾਵੇ ਲਾਡ ਲਡਾਵੇ ਸਦਾ ਸਦਾ ਅੰਨਦਾਈ। ਅੰਨਦਾਤੇ ਤੋਂ ਅੰਨਦਾਈ ਲਿਖਣ ਨਾਲ ਅਰਥਾਂ 'ਚ ਕੋਈ ਫਰਕ ਨਹੀਂ ਪਿਆ। ਅਸੀਂ ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਪਿਤਾ ਕਹਿੰਦੇ ਹਾਂ, ਲੇਕਿਨ ਅਸੀਂ ਇੱਦਾਂ ਵੀ ਪੜ੍ਹਦੇ ਹਾਂ ਵੀ ਪ੍ਰਿਤ ਪਾਲੇ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ।
ਹੁਣ ਪਿਤਾ ਤੋਂ ਪਿਤਾਈ ਬਣ ਗਿਆ, ਅੰਨਦਾਤਾ ਤੋਂ ਅੰਨਦਾਈ ਬਣ ਗਿਆ, ਬਿਹਾਰੀ ਲੱਗੀ ਨਾ, ਲੇਕਿਨ ਅਰਥ ਨਹੀਂ ਬਦਲੇ। ਭਗਤ ਤੋਂ ਭਗਾਤੀ ਬਣ ਗਿਆ, ਬਿਹਾਰੀ ਲੱਗ ਗਈ, ਅਰਥ ਨਹੀਂ ਬਦਲੇ। ਧਰਤ ਤੋਂ ਧਰਤੀ ਬਣ ਗਿਆ, ਅਰਥ ਨਹੀਂ ਬਦਲੇ। ਹਰ ਤੋਂ ਹਰੀ ਬਣ ਗਿਆ, ਅਰਥ ਨਹੀਂ ਬਦਲੇ, ਉਹੀ ਅਰਥ ਰਹੇ। ਚਾਲ ਤੋਂ ਚਾਲੀ ਬਣ ਗਿਆ, ਬਿਹਾਰੀ ਲੱਗ ਗਈ ਸਿਰਫ ਇੱਕ, ਲੇਕਿਨ ਅਰਥ ਨਹੀਂ ਬਦਲੇ। ਫਿਰ ਭਗੌਤ ਜਿੱਥੇ ਹੈ ਲਫ਼ਜ਼, ਭਗਤ ਭਗੌਤ ਲਿਖੀਏ ਤਹਿ ਉੱਪਰ, ਪੂਜੀਏ ਕਰ ਨਮਸਕਾਰਮ। ਇਸ ਭਗੌਤ ਦੇ ਜੇ ਤੱਤੇ ਨੂੰ ਬਿਹਾਰੀ ਲਾ ਕੇ ਭਗੌਤੀ ਲਿਖ ਦਿੱਤਾ ਗਿਆ, ਬਣਾਇਆ ਗਿਆ, ਤੇ ਇਹ ਅਰਥ ਕਿਵੇਂ ਬਦਲ ਸਕਦੇ ਆ? ਅਸੀਂ ਇੰਨੀਆਂ ਐਗਜ਼ਾਮਪਲਾਂ ਸਾਡੇ ਕੋਲ ਹੋਣ ਦੇ ਬਾਵਜੂਦ ਕਿ ਜਿਸ ਆਖਰੀ ਅੱਖਰ ਨੂੰ ਮੁਕਤਾ ਹੋਵੇ ਜਾਂ ਉਸ ਨੂੰ ਬਿਹਾਰੀ ਲੱਗ ਜਾਵੇ, ਰਵਾਨਗੀ ਦੇ ਹਿਸਾਬ ਨਾਲ ਤਾਂ ਰਵਾਨਗੀ ਨਹੀਂ ਰਹਿੰਦੀ ਹੈ, ਕਿਉਂ ਇੱਕ ਬਾਣੀ ਕਵਿਤਾ ਵਿੱਚ ਲਿਖੀ ਗਈ ਆ, ਔਰ ਜਿਹਨ ਕਵਿਤਾ ਲਿਖਣੀ ਹੋਵੇ ਉਹਨੂੰ ਕਵਿਤਾ ਦੇ ਸਾਰੇ ਜਿਹੜੇ ਪਿੰਗਲ ਆ ਉਹਦੀ ਜਾਣਕਾਰੀ ਹੋਣੀ ਚਾਹੀਦੀ ਆ। ਤੇ ਗੁਰੂ ਸਾਹਿਬ ਤੇ ਅਕਾਲ ਰੂਪ ਸਨ, ਉਹਨਾਂ ਕੋਲ ਕਿਹੜੀ ਜਾਣਕਾਰੀ ਦੀ ਕਮੀ ਸੀ? ਉਹਦਾ ਪੂਰੀ ਪਰਫੈਕਸ਼ਨ ਸੀ। ਹੁਣ ਤੁਸੀਂ ਇਹ ਦੇਖੋ ਜਿਹੜੀ ਰਵਾਨੀ ਆ ਕਿੰਨੀ ਜ਼ਰੂਰੀ ਆ। ਹੁਣ ਜੇ ਅਸੀਂ ਇਹ ਪੜ੍ਹੀਏ ਜਿੱਥੇ ਅਸੀਂ ਪੜ੍ਹਦੇ ਨਾ, ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਹੁਣ ਭਗੌਤੀ ਲਫ਼ਜ਼ ਨੂੰ ਜੇ ਭਗੌਤ ਹੀ ਰਹਿਣ ਦਿੰਦੇ, ਜਿਵੇਂ ਭਗੌਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ, ਮਤਲਬ ਤਾਂ ਅਕਾਲ ਪੁਰਖ ਵਾਹਿਗੁਰੂ ਹੀ ਆ। ਲੇਕਿਨ ਜੇ ਆਪਾਂ ਇੱਦਾਂ ਪੜ੍ਹੀਏ, ਤੁਸੀਂ ਬੋਲ ਕੇ ਦੇਖਿਓ ਕਦੀ ਵੀ ਪ੍ਰਥਮ ਭਗੌਤ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਉਹ ਰਵਾਨੀ ਨਹੀਂ ਰਹਿੰਦੀ। ਫਿਰ ਅਸੀਂ ਪੌੜੀ ਪੜ੍ਹਦੇ ਹਾਂ ਜਪਜੀ ਸਾਹਿਬ ਦੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਹੁਣ ਹੁਕਮੀ ਤੇ ਹੁਕਮ ਲਿਖਣ ਢੰਗ ਵੱਖਰਾ ਹੈ, ਬਿਹਾਰੀ ਲੱਗ ਜਾਂਦੀ ਆ, ਲੇਕਿਨ ਦੋਨੀ ਥਾਈਂ ਅਰਥ ਜਿਹੜਾ ਉਹ ਹੁਕਮ ਹੀ ਆ। ਸੋ ਬਿਹਾਰੀ ਲੱਗਣ ਨਾਲ ਕਿਸੇ ਅੱਖਰ ਦਾ ਅਰਥ ਨਹੀਂ ਬਦਲਦਾ। ਐਨ ਇਸੇ ਤਰ੍ਹਾਂ ਹੀ ਭਗੌਤ ਦੇ ਪਿੱਛੇ ਬਿਹਾਰੀ ਲਾਉਣ ਨਾਲ, ਭਗੌਤੀ ਲਿਖ ਦੇਣ ਨਾਲ ਅਰਥ ਨਹੀਂ ਬਦਲਦੇ। ਸੋ ਸਾਨੂੰ ਇੰਨੀ ਕੁ ਸੋਝੀ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ, ਤਾਂ ਕਿ ਇਹ ਜੋ ਟਕੇ ਟਕੇ ਦੇ ਸੋ ਕਾਲਡ ਅਖੌਤੀ ਵਿਦਵਾਨ ਨਿੱਤ ਉੱਠ ਕੇ ਨਵਾਂ ਭੰਬਲ ਭੂਸਾ ਖੜਾ ਕਰਦੇ ਆ, ਪੰਥ ਵਿਰੋਧੀਆਂ ਦੇ ਹੱਥ ਚੜ੍ਹ ਕੇ, ਕਿਸੇ ਲਾਲਚ ਵਸ ਆ ਕੇ, ਸੋ ਸਾਨੂੰ ਇਹਨਾਂ ਪ੍ਰਤੀ ਬੜੇ ਜਾਗਰੂਕ ਹੋਣ ਦੀ ਲੋੜ ਆ। ਸੋ ਜਾਗਰੂਕ ਹੋਵਾਂਗੇ ਤਾਂ ਇਸ ਦੁਬਿਧਾ ਤੋਂ ਬਚਾਂਗੇ। ਦੁਬਿਧਾ ਤੋਂ ਬਚਾਂਗੇ ਤਦ ਹੀ ਅਸੀਂ ਉਸ ਮਾਰਗ ਤੇ ਚੱਲ ਸਕਦੇ ਹਾਂ। ਜੇ ਮਨ ਹੀ ਦੋ ਫਾੜ ਹੋਇਆ ਪਿਆ, ਦੁਬਿਧਾ ਵਿੱਚ ਅਸੀਂ ਵੀ ਪਤਾ ਨਹੀਂ ਕੀ ਠੀਕ ਹੈ, ਪਤਾ ਨਹੀਂ ਕੀ ਗਲਤ ਹੈ, ਤੇ ਫਿਰ ਅਸੀਂ ਪਰਮਾਤਮਾ ਦੇ ਮਾਰਗ ਤੇ ਚੱਲ ਨਹੀਂ ਸਕਦੇ। ਜਿਵੇਂ ਮੈਂ ਤੁਹਾਨੂੰ ਅਰਜ਼ ਕੀਤੀ ਕਿ ਪੁਰਾਤਨ ਵਿਦਵਾਨਾਂ ਨੇ ਸਾਰੇ ਇਹਨਾਂ ਦੇ ਉਸ ਵੇਲੇ ਜਦੋਂ ਇਤਰਾਜ਼ ਉੱਠੇ ਸੀ, ਸਾਰਿਆਂ ਦਾ ਸਮਾਧਾਨ ਕਰ ਦਿੱਤਾ ਸੀ, ਔਰ ਅੱਜ ਮੌਜੂਦਾ ਵਿਦਵਾਨ ਵੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਨੇ। ਤੁਸੀਂ ਜ਼ਰੂਰ ਉਹਨਾਂ ਨੂੰ ਪੜ੍ਹੋ, ਸੁਣੋ। ਡਾਕਟਰ ਹਰਭਜਨ ਸਿੰਘ ਜੀ ਦੇਹਰਾਦੂਨ ਵਾਲੇ ਨੇ, ਡਾਕਟਰ ਅਨੁਰਾਗ ਸਿੰਘ ਜੀ ਨੇ, ਡਾਕਟਰ ਇੰਦਰਜੀਤ ਸਿੰਘ ਜੀ ਗੋਗੋਆਣੀ ਨੇ, ਫਿਰ ਆਪਣੇ ਅਮਰਜੀਤ ਸਿੰਘ ਜੀ ਖੋਸਾ ਕੈਨੇਡਾ ਤੋਂ ਨੇ, ਡਾਕਟਰ ਹਰਪਾਲ ਸਿੰਘ ਪੰਨੂ ਨੇ, ਕਨਵਰਜੀਤ ਸਿੰਘ ਨੇ ਪਟਿਆਲੇ ਵਾਲੇ, ਸੋ ਗੁਰਚਰਨਜੀਤ ਸਿੰਘ ਜੀ ਲਾਂਬਾ ਜਿਹੜੇ ਕਿ ਖੁਦ ਇੱਕ ਆਪਣੇ ਵਕੀਲ ਵੀ ਨੇ ਔਰ ਬੜੇ ਉੱਘੇ ਇਤਿਹਾਸਕਾਰ ਵੀ ਨੇ, ਔਰ ਗੁਰਬਾਣੀ ਦੇ ਵੀ ਗਿਆਤਾ ਨੇ, ਔਰ ਲਫ਼ਜ਼ਾਂ ਪ੍ਰਤੀ ਉਹਨਾਂ ਨੂੰ ਇਤਨੀ ਜਾਣਕਾਰੀ ਆ ਕਿ ਉਹ ਹਰ ਲਫ਼ਜ਼ ਨੂੰ ਖੋਲ੍ਹ ਕੇ ਉਹਦਾ ਬੜੇ ਵਿਸਥਾਰ ਸਹਿਤ ਜਿਹਾ ਉਹ ਲਿਖ ਦਿੰਦੇ ਨੇ, ਬੋਲ ਕੇ ਵੀ ਸਮਝਾਉਂਦੇ ਨੇ। ਸਿਰਫ ਸਾਨੂੰ ਲੋੜ ਆ ਕਿ ਅਸੀਂ ਜਿਹੜੇ ਪੰਥਕ ਵਿਦਵਾਨ ਨੇ, ਜਿਹੜੇ ਪੰਥ ਨੂੰ ਸਮਰਪਿਤ ਨੇ, ਜਿਹੜੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਨੂੰ ਸਮਰਪਿਤ ਨੇ, ਉਹਨਾਂ ਨੂੰ ਪੜ੍ਹੀਏ, ਸੁਣੀਏ, ਤਾਂ ਕਿ ਸਾਡਾ ਇਹਨਾਂ ਅਖੌਤੀ ਵਿਦਵਾਨਾਂ ਤੋਂ ਜਿਹੜਾ ਉਹ ਖਹਿੜਾ ਛੁੱਟ ਸਕੇ। ਇਹਨਾਂ ਦੇ ਦੁਆਰਾ ਜਿਹੜੇ ਕੀਤੇ ਜਾਂਦੇ ਨਿਤ ਨਵੇਂ ਛੱਡੇ ਜਾਂਦੇ ਆ ਸ਼ੋਸ਼ੇ, ਉਹਨਾਂ ਤੋਂ ਆਪ ਬਚੀਏ ਔਰ ਆਮ ਸੰਗਤ ਨੂੰ ਵੀ ਸੁਚੇਤ ਕਰੀਏ। ਇਸੇ ਵਿੱਚ ਹੀ ਸਾਡਾ ਆਪਣਾ ਭਲਾ ਹੈ ਔਰ ਇਸੇ ਵਿੱਚ ਹੀ ਪੰਥ ਦੀ ਚੜ੍ਹਦੀ ਕਲਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।